ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ। ਬਾਹੋ ਪਕੜ ਉਠਾਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਡੁੱਡਹੁ ਲਿਕਾ ਮਾਂ ਪੁੱਛੈ, ਤੂੰ ਸਾਵਾਣੀ ਹੈ ਕਿ ਸੁਰੀਤਾ। ਸਾਵਾਣੀ ਹਾਂ ਜਨਮ ਦੀ, ਨਾਮ ਨ ਭਗਤੀ ਕਰਮ ਦ੍ਰਿੜੀਤਾ। ਕਿਸ ਉਦਮ ਤੇ ਰਾਜ ਮਿਲੈ, ਸਤਰੂ ਤੇ ਸਭ ਹੋਵਨ ਮੀਤਾ। ਪਰਮੇਸ਼ਰ ਆਰਾਧੀਐ, ਜਿੱਦੂ ਹੋਈਐ ਪਤਿਤ ਪੁਨੀਤਾ। ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। ਨਾਰਦ ਮੁਨ ਉਪਦੇਸਿਆ, ਨਉ ਨਿਧਾਨ ਅਮਿਓ ਰਸ ਪੀਤਾ। ਪਿਛਹੁ ਰਾਜੇ ਸੱਦਿਆ, ਅਬ ਚਲ ਰਾਜ ਕਰਹੁ ਨਿਤ ਨੀਤਾ। ਹਾਰ ਚੱਲੇ ਗੁਰਮੁਖ ਜਗ ਜੀਤਾ, ਹਾਰ ਚੱਲੇ ਗੁਰਮੁਖ ਜਗ ਜੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਅੱਜ ਭਾਈ ਗੁਰਦਾਸ ਜੀ ਦੀ 10ਵੀਂ ਵਾਰ ਆਰੰਭ ਹੋਈ ਹੈ। ਇਸ 10ਵੀਂ ਵਾਰ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਪੁਰਾਤਨ ਸਮੇਂ ਵਿੱਚ ਹੋ ਗੁਜ਼ਰੇ ਭਗਤ ਜਨਾਂ ਦੀਆਂ ਲੋਕ ਪ੍ਰਸਿੱਧ ਕਥਾਵਾਂ ਨੂੰ ਬਿਆਨ ਕੀਤਾ ਹੈ ਔਰ ਬਹੁਤ ਵੱਡੀ ਸਿੱਖਿਆ ਬਖਸ਼ਿਸ਼ ਕੀਤੀ ਹੈ। ਸੋ ਸਭ ਤੋਂ ਪਹਿਲਾਂ ਸਤਿਯੁਗ ਵਿੱਚ ਹੋਏ ਭਗਤਾਂ ਦੀ ਕਥਾ ਭਾਈ ਗੁਰਦਾਸ ਜੀ ਲਿਖਦੇ ਹੈ। ਇਸ 10ਵੀਂ ਵਾਰ ਨੂੰ ਭਗਤ ਰਤਨਾਵਲੀ ਵੀ ਗੁਰਮੁਖ ਵਿਦਵਾਨ ਕਹਿੰਦੇ ਹੈ। ਸੋ ਸਭ ਤੋਂ ਪਹਿਲਾਂ ਭਗਤ ਧਰੂ ਦੀ ਸਾਖੀ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹੈ। ਤਕਰੀਬਨ ਸੰਗਤਾਂ ਨੂੰ ਭਗਤ ਧਰੂ ਜੀ ਬਾਰੇ ਔਰ ਭਗਤ ਪ੍ਰਹਿਲਾਦ ਜੀ ਬਾਰੇ ਬਹੁਤ ਪਤਾ ਹੈ। ਸੋ ਕਈ ਵਾਰ ਇਹ ਕਥਾ ਆਪ ਜੀ ਨੇ ਪਹਿਲਾਂ ਸਰਵਣ ਕੀਤੀ ਹੈ। ਸੋ ਇਸ ਲਈ ਅਖਰੀ ਅਰਥ ਹੀ ਭਾਈ ਗੁਰਦਾਸ ਜੀ ਦੀ ਜੋ ਵਾਰ ਹੈ ਇਹਦੇ ਆਪਾਂ ਕਰਾਂਗੇ। ਸੋ ਵਿਸਥਾਰ ਵਿੱਚ ਨਹੀਂ ਜਾਣਾ। ਸੋ ਇਹ ਕਥਾ ਸਟੇਜ ਤੋਂ ਹੋ ਚੁੱਕੀ ਹੈ। ਤਕਨੀਕੀ ਖਰਾਬੀ ਕਾਰਨ ਕਰਕੇ ਰਿਕਾਰਡਿੰਗ ਨਹੀਂ ਸੀ ਹੋ ਪਾਈ। ਸੋ ਇਹ ਇਸ ਲਈ ਰਿਕਾਰਡਿੰਗ ਕਰਕੇ ਪਾਈ ਜਾ ਰਹੀ ਹੈ। ਵਾਹਿਗੁਰੂ ਜੀ। ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ। ਰਾਜਾ ਉਤਾਨਪਾਦ ਭਗਤ ਧਰੂ ਦੇ ਪਿਤਾ ਦਾ ਨਾਂ ਸੀ ਅਤੇ ਰਾਜੇ ਉਤਾਨਪਾਦ ਦੀਆਂ ਦੋ ਰਾਣੀਆਂ ਸਨ, ਸੁਨੀਤਾ ਅਤੇ ਸੁਰੀਚੀ। ਸੁਰੀਚੀ ਜਿਹੜੀ ਸੀ ਰਾਜਾ ਉਸ ਨੂੰ ਬਹੁਤ ਪਿਆਰ ਕਰਦਾ ਸੀ। ਉਹਦੇ ਪੁੱਤਰ ਦਾ ਨਾਮ ਸੀ ਉੱਤਮ ਅਤੇ ਸੁਨੀਤਾ ਧਰੂ ਦੀ ਮਾਤਾ ਦਾ ਨਾਮ ਸੀ। ਸੋ ਰਾਜੇ ਨੇ ਆਪਣੀ ਦੂਜੀ ਰਾਣੀ ਸੁਰੀਚੀ ਦੇ ਵੱਸ ਹੋ ਕੇ ਅਤੇ ਸੁਨੀਤਾ ਨੂੰ ਮਹਿਲਾਂ ਤੋਂ ਬਾਹਰ ਇੱਕ ਛੰਨ ਦੇ ਵਿੱਚ ਰਹਿਣ ਵਾਸਤੇ ਮਜਬੂਰ ਕਰ ਦਿੱਤਾ। ਭਗਤ ਧਰੂ ਅਤੇ ਧਰੂ ਦੀ ਮਾਂ ਮਹਿਲਾਂ ਤੋਂ ਬਾਹਰ ਰਹਿੰਦੇ ਸਨ। ਸੋ ਇੱਕ ਦਿਨ ਧਰੂ ਹੱਸਦਾ ਘਰ ਆਇਆ। ਧਰੂ ਹੱਸਦਾ ਹੋਇਆ ਖੇਡਦਾ ਹੋਇਆ ਘਰ ਦੇ ਵਿੱਚ ਆਇਆ। ਕਰ ਪਿਆਰ ਪਿਓ ਕੁਛੜ ਲੀਤਾ। ਪਿਤਾ ਨੇ ਰਾਜੇ ਉਤਾਨਪਾਦ ਨੇ ਪਿਆਰ ਕਰਦਿਆਂ ਸਿਰ 'ਤੇ ਹੱਥ ਫੇਰਦਿਆਂ ਆਪਣੇ ਕੁਛੜ ਲੈ ਲਿਆ, ਗੋਦੀ ਵਿੱਚ ਬਿਠਾ ਲਿਆ ਧਰੂ ਨੂੰ। ਬਾਹੋ ਪਕੜ ਉਠਾਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਜਿਹੜੀ ਧਰੂ ਦੀ ਮਤਰੇਈ ਮਾਂ ਸੀ ਉਹਨੇ ਮਨ ਵਿੱਚ ਗੁੱਸਾ ਕੀਤਾ ਇਸ ਗੱਲ ਦਾ ਕਿ ਧਰੂ ਰਾਜੇ ਦੀ ਗੋਦ ਵਿੱਚ ਕਿਉਂ ਬੈਠਾ ਹੈ। ਮੇਰਾ ਪੁੱਤਰ ਉੱਤਮ ਹੀ ਗੋਦ ਵਿੱਚ ਬਵੇ
ਅਤੇ ਉਹੀ ਆਉਣ ਵਾਲੇ ਸਮੇਂ ਵਿੱਚ ਰਾਜ ਭਾਗ ਦਾ ਮਾਲਕ ਬਣੇ। ਗੁੱਸੇ ਵਿੱਚ ਮਤਰੇਈ ਮਾਂ ਨੇ ਧਰੂ ਨੂੰ ਬਾਂਹ ਤੋਂ ਫੜ ਕੇ ਰਾਜੇ ਦੀ ਗੋਦ ਵਿੱਚੋਂ ਉਠਾ ਦਿੱਤਾ। ਨਾਲ ਸ਼ਬਦ ਕਹੇ ਕਿ ਜੇ ਰਾਜੇ ਦੀ ਗੋਦ ਵਿੱਚ ਬੈਠਣਾ ਸੀ ਤੇ ਮੇਰੇ ਪੇਟੋਂ ਜਨਮ ਲੈਣਾ ਸੀ। ਧਰੂ ਰੋਂਦਾ ਹੋਇਆ ਘਰ ਵਿੱਚ ਆਪਣੀ ਮਾਂ ਕੋਲ ਆ ਗਿਆ। ਡੁੱਡਹੁ ਲਿਕਾ ਮਾਂ ਪੁੱਛੈ, ਤੂੰ ਸਾ ਵਾਣੀ ਹੈ ਕਿ ਸੁਰੀਤਾ। ਡੁੱਡਹੁ ਲਿਕਾ, ਡੱਡੇ ਨੂੰ ਔਂਕੜ ਹੈ ਪਹਿਲੇ ਨੂੰ। ਡੁੱਡਹੁ ਲਿਕਾ, ਡੁੱਡਹੁ ਲਿਕਾ ਕਹਿੰਦੇ ਨੇ ਹਾਵੇ ਹਾਉ ਕੇ ਲੈਣੇ। ਰੋਂਦਿਆਂ ਹੋਇਆਂ, ਹਟਕੋਰੇ ਲੈਂਦਿਆਂ ਹੋਇਆਂ ਧਰੂ ਨੇ ਆਪਣੀ ਮਾਂ ਨੂੰ ਪੁੱਛਿਆ ਕਿ ਮਾਂ ਤੂੰ ਸਾਵਾਣੀ ਹੈ ਕਿ ਸੁਰੀਤਾ, ਮੈਨੂੰ ਇਹ ਦੱਸ ਤੂੰ ਰਾਣੀ ਹੈ ਜਾਂ ਗੋਲੀ ਹੈ ਰਾਜੇ ਦੀ। ਅਤੇ ਮਾਂ ਨੇ ਪੁੱਛਿਆ ਕੀ ਗੱਲ ਹੈ। ਸਾਰੀ ਗੱਲਬਾਤ ਦੱਸੀ ਵੀ ਮੈਨੂੰ ਇਸ ਤਰ੍ਹਾਂ ਰਾਜੇ ਦੀ ਪਿਤਾ ਦੀ ਗੋਦ ਵਿੱਚੋਂ ਬਾਹੋਂ ਫੜ ਕੇ ਦੂਜੀ ਮਾਂ ਨੇ ਉਠਾ ਦਿੱਤਾ ਹੈ। ਤਾਂ ਫਿਰ ਉਹ ਅੱਗੋਂ ਦੱਸਦੀ ਹੈ ਮਾਤਾ, ਸਾਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਮਾਂ ਕਹਿੰਦੀ ਪੁੱਤਰ ਮੈਂ ਤਾਂ ਜਨਮ ਤੋਂ ਹੀ ਰਾਣੀ ਹਾਂ, ਰਾਜਿਆਂ ਦੇ ਘਰ ਦਾ ਜਨਮ ਹੈ, ਪਰ ਮੈਂ ਭਗਤੀ ਦਾ ਕਰਮ ਦ੍ਰਿੜ ਨਹੀਂ ਕੀਤਾ, ਜਿਸ ਕਰਕੇ ਤੇਰੇ ਨਾਲ ਇਹ ਕੁਝ ਹੋਇਆ ਹੈ। ਨਾਮ ਨਹੀਂ ਜਪਿਆ। ਕਿਸ ਉਦਮ ਤੇ ਰਾਜ ਮਿਲੈ, ਸਤਰੂ ਤੇ ਸਭ ਹੋਵਨ ਮੀਤਾ। ਧਰੂ ਪੁੱਛਦਾ ਹੈ, ਕਹਿੰਦਾ ਮਾਂ ਕਿਸ ਉਦਮ ਕਰਨ ਕਰਕੇ, ਕਿਸ ਯਤਨ ਕਰਕੇ ਰਾਜ ਮਿਲੇਗਾ ਅਤੇ ਦੁਸ਼ਮਣਾਂ ਤੋਂ ਮਿੱਤਰ ਬਣ ਜਾਣਗੇ, ਉਹ ਯਤਨ ਮੈਨੂੰ ਦੱਸ। ਪਰਮੇਸ਼ਰ ਆਰਾਧੀਐ, ਜਿੱਦੂ ਹੋਈਐ ਪਤਿਤ ਪੁਨੀਤਾ। ਮਾਂ ਨੇ ਕਿਹਾ, ਸਿਆਣੀ ਸੀ ਮਾਂ ਸੁਚੱਜੀ, ਕਹਿੰਦੀ ਪੁੱਤਰ ਪਰਮਾਤਮਾ ਦੀ ਆਰਾਧਨਾ ਕੀਤਿਆਂ, ਪਰਮੇਸ਼ਰ ਦੇ ਨਾਮ ਦਾ ਸਿਮਰਨ ਕੀਤਿਆਂ, ਜਿਹਦੇ ਨਾਲ ਪਾਪੀ ਵੀ ਪਵਿੱਤਰ ਹੋ ਜਾਂਦੇ ਹੈ, ਉਹਦੇ ਨਾਮ ਦਾ ਸਿਮਰਨ ਕੀਤਿਆਂ ਰਾਜ ਵੀ ਮਿਲ ਜਾਂਦਾ ਹੈ, ਸਦੀਵੀ ਸੁੱਖ ਮਿਲਦਾ ਹੈ, ਦੁਸ਼ਮਣ ਜਿਹੜੇ ਨੇ ਉਹ ਵੀ ਮਿੱਤਰ ਬਣ ਜਾਂਦੇ ਹੈ। ਬੈਰੀ ਉਲਟ ਭਏ ਹੈ ਮੀਤਾ, ਵੈਰੀ ਵੀ ਉਲਟ ਕੇ ਮਿੱਤਰ ਬਣ ਜਾਂਦੇ। ਇਸ ਲਈ ਪਰਮਾਤਮਾ ਦਾ ਸਿਮਰਨ ਕਰ। ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। ਮਾਂ ਦੇ ਕੋਲੋਂ ਸੁਣ ਕੇ ਧਰੂ ਤਪ ਕਰਨ ਲਈ ਬਾਹਰ ਜੰਗਲਾਂ ਵੱਲ ਨੂੰ ਤੁਰ ਪਿਆ। ਮਨ ਵਿੱਚ ਬੈਰਾਗ ਅਤੇ ਤਿਆਗ ਦਾ ਤੂਫਾਨ ਉੱਠ ਖੜਾ ਹੋਇਆ। ਮਨ ਬੈਰਾਗੀ ਬਣ ਗਿਆ, ਅਤੀਤ ਬਣ ਕੇ ਬਾਹਰ ਜੰਗਲਾਂ ਨੂੰ ਤੁਰ ਗਿਆ। ਨਾਰਦ ਮਨ ਉਪਦੇਸਿਆ, ਨਾਉ ਨਿਧਾਨ ਅਮਿਓ ਰਸ ਪੀਤਾ। ਪਾਠ ਨਾਉ ਨਿਧਾਨ ਅਮਿਓ ਰਸ ਪੀਤਾ। ਜਦੋਂ ਗਿਆ ਰਸਤੇ ਵਿੱਚ ਨਾਰਦ ਮੁਨੀ ਜੀ ਮਿਲ ਗਏ। ਪਹਿਲਾਂ ਤਾਂ ਨਾਰਦ ਮੁਨੀ ਜੀ ਨੇ ਕਿਹਾ ਵੀ ਤੂੰ ਨਾ ਜਾ, ਪਰ ਭਗਤ ਧਰੂ ਨੇ ਕਿਹਾ ਵੀ ਤੁਸੀਂ ਮੈਨੂੰ ਪਰਮਾਤਮਾ ਦੇ ਨਾਮ ਜਪਣ ਤੋਂ ਰੋਕਦੇ ਹੋ। ਫਿਰ ਨਾਰਦ ਮੁਨੀ ਜੀ ਨੇ ਉਪਦੇਸ਼ ਦਿੱਤਾ, ਨਾਮ ਜਪ। ਭਗਤ ਧਰੂ ਨੇ ਜੰਗਲਾਂ ਵਿੱਚ ਜਾ ਕਰਕੇ ਇਕਾਗਰ ਮਨ ਹੋ ਕੇ ਪਰਮਾਤਮਾ ਦਾ ਸਿਮਰਨ ਕੀਤਾ। ਨਾਉ ਨਿਧਾਨ ਅਮਿਓ ਰਸ ਪੀਤਾ। ਨਾਮ ਦਾ ਜੋ ਨਿਧਾਨ ਖਜ਼ਾਨਾ ਹੈ, ਉਹਦਾ ਅੰਮ੍ਰਿਤ ਰਸ ਭਗਤ ਧਰੂ ਨੇ ਪੀਣਾ ਕੀਤਾ, ਨਾਮ ਦਾ ਰਸ ਮਾਣਿਆ। ਸਾਰੀਆਂ ਇੱਛਾਵਾਂ ਮਨ ਦੀਆਂ ਮੁੱਕ ਗਈਆਂ। ਪਿੱਛਹੁ ਰਾਜੇ ਸੱਦਿਆ, ਅਬ ਚਲ ਰਾਜ ਕਰਹੁ ਨਿਤ ਨੀਤਾ। ਸੋ ਪਿੱਛੋਂ ਰਾਜੇ ਨੇ, ਪਿਤਾ ਨੇ ਸੱਦਿਆ ਕਿ ਰਾਜ ਭਾਗ ਨੂੰ ਸੰਭਾਲ। ਰਾਜਾ ਸੱਦਣ ਵੀ ਗਿਆ ਜੰਗਲ ਦੇ ਵਿੱਚ, ਪਰ ਧਰੂ ਮੰਨਿਆ ਨਾ, ਕਹਿੰਦਾ ਮੈਂ ਤਾਂ ਹੁਣ ਬੰਦਗੀ ਕਰਨੀ ਹੈ। ਰਾਜੇ ਨੇ ਕਿਹਾ ਅੱਧਾ ਰਾਜ ਹੁਣੇ ਲੈ ਲਾ। ਅਤੇ ਧਰੂ ਸੋਚਦਾ ਵੀ ਹੁਣੇ ਅਜੇ ਤਾਂ ਬੰਦਗੀ ਕਰਨ ਵਾਲੇ ਪਾਸੇ ਤੁਰਿਆ ਹੀ ਹਾਂ, ਅਤੇ ਅੱਧਾ ਰਾਜ ਮਿਲਦਾ ਹੈ, ਮੈਂ ਤਾਂ ਬੰਦਗੀ ਕਰਾਂਗਾ, ਪਤਾ ਨਹੀਂ ਕੀ ਕੀ ਮਿਲੇਗਾ, ਪਰਮੇਸ਼ਰ ਕਿੰਨਾ ਕੁ ਦਿਆਲੂ ਹੋਵੇਗਾ। ਰਾਜਾ ਵਾਪਸ ਆ ਗਿਆ। ਧਰੂ ਨੇ ਲੰਮਾ ਸਮਾਂ ਬੰਦਗੀ ਕੀਤੀ, ਤਪ ਕੀਤਾ, ਅਤੇ ਫਿਰ ਰਾਜੇ ਨੇ ਆਪਣੇ ਮਹਿਲਾਂ ਵਿੱਚ ਸੱਦਿਆ ਕਿ ਰਾਜ ਭਾਗ ਸੰਭਾਲ। ਧਰੂ ਨੇ ਕਿਹਾ ਮੈਂ ਤਾਂ ਹੁਣ ਪਰਮਾਤਮਾ ਵੱਲੋਂ ਜਿਹੜਾ ਮੈਨੂੰ ਰਾਜ ਪ੍ਰਾਪਤ ਹੋਇਆ ਨਾ ਅਬਚਲ, ਉਹੀ ਸਦਾ ਰਾਜ ਕਰਾਂਗਾ, ਜਿੱਥੇ ਸਦਾ ਸੁੱਖ ਹੀ ਸੁੱਖ ਹੈ। ਉਸ ਅਵਸਥਾ ਵਿੱਚ ਪਹੁੰਚ ਗਿਆ ਹਾਂ ਜਿੱਥੇ ਕੋਈ ਦੁੱਖ ਨਹੀਂ, ਸਦਾ ਆਨੰਦ ਹੈ, ਸਦਾ ਖੇੜਾ ਹੈ। ਪਿੱਛਹੁ ਰਾਜੇ ਸੱਦਿਆ, ਅਬਚਲ ਰਾਜ ਕਰਹੁ ਨਿਤ ਨੀਤਾ। ਪਰਮਾਤਮਾ ਨੇ
ਭਗਤ ਧਰੂ ਨੂੰ ਦਰਸ਼ਨ ਦਿੱਤੇ ਔਰ ਬਚਨ ਕਿਹਾ, ਇੱਛਾ ਰਾਜ ਦੀ ਰੱਖੀ ਸੀ, ਇਸ ਲਈ ਰਾਜ ਵੀ ਅਤੇ ਅਟਲ ਪਦਵੀ ਵੀ ਤੈਨੂੰ ਦਿੰਦਾ ਹਾਂ। ਵਾਹਿਗੁਰੂ ਨੇ ਵੱਡੀ ਬਖਸ਼ਿਸ਼ ਕੀਤੀ ਧਰੂ ਭਗਤ 'ਤੇ। ਫਿਰ ਧਰੂ ਭਗਤ ਆਪਣੇ ਮਹਿਲਾਂ ਵਿੱਚ ਘਰੇ ਆਇਆ। ਰਾਜੇ ਨੇ ਰਾਜ ਭਾਗ ਸਾਰਾ ਧਰੂ ਨੂੰ ਦੇ ਦਿੱਤਾ। ਜਿਹੜਾ ਇਹਦਾ ਦੂਜਾ ਭਰਾ ਸੀ ਨਾ, ਮਤਰੇਈ ਮਾਂ ਦਾ ਪੁੱਤਰ ਉੱਤਮ, ਉਹਨੇ ਯਕਸ਼ਾਂ ਦੇ ਨਾਲ ਯੁੱਧ ਕੀਤਾ, ਉੱਥੇ ਜੰਗਲ 'ਚ ਮਾਰਿਆ ਗਿਆ। ਮਾਂ ਉਹਦੀ ਪਿੱਛੇ ਲੱਭਣ ਗਈ, ਉਹ ਵੀ ਉੱਥੇ ਉਹਦੀ ਮੌਤ ਹੋ ਗਈ। ਸੋ ਧਰੂ ਨੇ ਵੱਡਾ ਰਾਜ ਭਾਗ ਕਮਾਇਆ। 30,000 ਸਾਲ ਕਹਿੰਦੇ ਆ ਧਰੂ ਨੇ ਰਾਜ ਕੀਤਾ। ਇਹ ਸਤਯੁਗ ਦਾ ਸਮਾਂ ਸੀ। ਅਤੇ ਹੁਣ ਵੇਖੋ ਆਕਾਸ਼ ਦੇ ਵਿੱਚ ਧਰੂ ਤਾਰਾ ਜਿਹੜਾ ਅਟਲ ਹੈ, ਸਾਰੇ ਤਾਰੇ ਉਹਦੀਆਂ ਪਰਿਕਰਮਾ ਕਰਦੇ ਹੈ। ਧਰੂ ਅਟਲ ਅਜਹੂ ਨਾ ਟਰਿਓ, ਅਟਲ ਪਦਵੀ ਮਿਲੀ। ਅਤੇ ਮਹਾਰਾਜ ਨੇ ਗੁਰਬਾਣੀ ਵਿੱਚ ਬਹੁਤ ਥਾਵਾਂ 'ਤੇ ਧਰੂ ਭਗਤ ਦਾ ਜ਼ਿਕਰ ਕੀਤਾ ਹੈ। ਹਾਰ ਚੱਲੇ ਗੁਰਮੁਖ ਜਗ ਜੀਤਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ, ਜਗਤ ਵਿੱਚ ਜਿਹੜੇ ਗੁਰਮੁਖ ਹੈ ਉਹ ਹਾਰ ਕੇ ਤੁਰਦੇ ਹੈ, ਪਰ ਸਾਰੇ ਸੰਸਾਰ ਨੂੰ ਉਹ ਜਿੱਤ ਲੈਂਦੇ ਹੈ। ਸੰਸਾਰ ਦੇ ਵਿੱਚ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਸੋ ਹੁਣ ਇਸ ਤੋਂ ਅਗਲੀ ਪੌੜੀ ਵਿੱਚ ਭਗਤ ਪ੍ਰਹਿਲਾਦ, ਉਹਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਜੀ ਕਰਦੇ ਹੈ। ਹਰਨਾਕਸ਼ ਦਾ ਪੁੱਤਰ ਸੀ ਭਗਤ ਪ੍ਰਹਿਲਾਦ। ਹਰਨਾਕਸ਼ ਸਾਰਿਆਂ ਨੂੰ ਕਹਿੰਦਾ ਸੀ ਮੇਰਾ ਹੀ ਨਾਮ ਜਪੋ, ਕਿਉਂ ਉਹਨੇ ਵਰ ਪ੍ਰਾਪਤ ਕੀਤੇ ਸੀ, ਕਿਸੇ ਤਰੀਕੇ ਨਾਲ ਵੀ ਮੈਂ ਨਾ ਮਰਾਂ। ਅਤੇ ਭਗਤ ਪ੍ਰਹਿਲਾਦ ਨੇ ਪਰਮਾਤਮਾ ਦਾ ਰਮੇ ਹੋਏ ਰਾਮ ਦਾ ਨਾਮ ਜਪਿਆ। ਸੋ ਸਾਖੀ ਆਪ ਸਾਰਿਆਂ ਨੂੰ ਪਤਾ ਹੈ। ਘਰ ਹਰਨਾਕਸ਼ ਦੈਤ ਦੇ, ਕੱਲਰ ਕਵਲ ਭਗਤ ਪ੍ਰਹਿਲਾਦ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹਰਨਾਕਸ਼ ਦੈਂਤ ਦੇ ਘਰ ਦੇ ਵਿੱਚ ਭਗਤ ਪ੍ਰਹਿਲਾਦ ਕੌਲ ਫੁੱਲ ਬਣ ਕੇ ਪੈਦਾ ਹੋਇਆ। ਕਹਿੰਦੇ ਕਦੇ ਕੱਲਰ ਦੇ ਵਿੱਚ, ਭਾਈ ਸਾਹਿਬ ਜੀ ਕਹਿੰਦੇ ਕੱਲਰ ਦੇ ਵਿੱਚ ਕਵਲ ਫੁੱਲ ਨਹੀਂ ਪੈਦਾ ਹੁੰਦਾ। ਪਰਮਾਤਮਾ ਨੇ ਇੰਨੀ ਮਿਹਰ ਕੀਤੀ ਵੀ ਕੱਲਰ ਦੇ ਵਿੱਚ ਕੌਲ ਫੁੱਲ ਪੈਦਾ ਕਰ ਦਿੱਤਾ। ਇੱਕ ਦੈਂਤ ਦੇ ਘਰ ਦੇ ਵਿੱਚ, ਹਰਨਾਕਸ਼ ਦੇ ਘਰ ਵਿੱਚ ਪ੍ਰਹਿਲਾਦ ਭਗਤ ਪੈਦਾ ਕੀਤਾ। ਪੜ੍ਹਨ ਪਠਾਇਆ ਚਾਟ ਸਾਲ, ਪਾਂਦੇ ਚਿਤ ਹੋਆ ਅਹਿਲਾਦ। ਜਦੋਂ 5 ਸਾਲਾਂ ਦਾ ਹੋਇਆ, ਪਾਠਸ਼ਾਲਾ ਦੇ ਵਿੱਚ ਹਰਨਾਕਸ਼ ਨੇ ਪੜ੍ਹਨ ਵਾਸਤੇ ਭੇਜਿਆ। ਜਿਹੜੇ ਪੜ੍ਹਾਉਣ ਵਾਲੇ ਪਾਂਧੇ ਉਸਤਾਦ ਸੀ ਸੰਡਾ ਅਤੇ ਅਮਰਕ, ਉਹਨਾਂ ਦੇ ਮਨ ਵਿੱਚ ਅਹਿਲਾਦ ਖੁਸ਼ੀ ਹੋਈ ਵੀ ਅਸੀਂ ਰਾਜੇ ਦੇ ਪੁੱਤਰ ਨੂੰ ਪੜ੍ਹਾਵਾਂਗੇ। ਸਿਮਰੈ ਮਨ ਵਿੱਚ ਰਾਮ ਨਾਮ, ਗਾਵੈ ਸ਼ਬਦ ਅਨਾਹਦ ਨਾਦ। ਪ੍ਰਹਿਲਾਦ ਆਪਣੇ ਮਨ ਵਿੱਚ ਰਾਮ ਦਾ ਨਾਮ ਸਿਮਰਦਾ ਹੈ, ਮੁਖ ਵਿੱਚ ਵੀ ਪਰਮਾਤਮਾ ਦਾ ਨਾਮ ਸਿਮਰਦਾ ਹੈ। ਅਨਾਹਦ ਨਾਦ, ਅਨਾਹਦ ਜੋ ਨਾਦ ਧੁਨੀ ਹੈ ਨਾਮ ਦੀ, ਉਸੇ ਨੂੰ ਗਾਉਂਦਾ ਹੈ, ਸ਼ਬਦ ਨੂੰ ਗਾਉਂਦਾ ਹੈ। ਭਗਤ ਕਰਨ ਸਭ ਚਾਟੜੈ, ਪਾਂਦੇ ਹੋਏ ਰਹੇ ਵਿਸਮਾਦ। ਜਿੰਨੇ ਵੀ ਚਾਟੜੇ ਵਿਦਿਆਰਥੀ ਸੀ ਨਾ ਕਲਾਸ ਦੇ, ਸਾਰੇ ਭਗਤ ਪ੍ਰਹਿਲਾਦ ਨੂੰ ਵੇਖ ਕੇ ਉਹ ਵੀ ਭਗਤੀ ਕਰਨ ਲੱਗ ਪਏ। ਉਹ ਵੀ ਰਮੇ ਹੋਏ ਰਾਮ ਦਾ ਨਾਮ ਜਪਣ ਲੱਗ ਪਏ। ਅਤੇ ਜਿਹੜੇ ਪਾਂਧੇ ਉਸਤਾਦ ਸੀ ਪੜ੍ਹਾਉਣ ਵਾਲੇ, ਹੋਏ ਰਹੇ ਵਿਸਮਾਦ। ਉਹ ਹੈਰਾਨ ਹੋ ਗਏ ਵੀ ਇਹ ਜਿਹੜਾ ਪ੍ਰਹਿਲਾਦ ਹੈ, ਨਾ ਤਾਂ ਇਹ ਆਪ ਹਰਨਾਕਸ਼ ਦਾ ਨਾਮ ਜਪਦਾ ਅਤੇ ਨਾ ਬੱਚਿਆਂ ਨੂੰ ਜਪਣ ਦਿੰਦਾ ਹੈ। ਇਹਨੇ ਤਾਂ ਆਪਣੇ ਵਰਗੇ ਸਾਰੇ ਬੱਚੇ ਬਣਾ ਲਏ। ਸੋ ਉਹ ਹੈਰਾਨ ਹੋ ਗਏ। ਰਾਜੇ ਪਾਸ ਰੂ ਆਇਆ, ਦੋਖੀ ਦੈਤ ਵਧਾਇਆ ਵਾਦ। ਜਿਹੜੇ ਉਸਤਾਦ ਸੀ ਨਾ ਪਾਂਧੇ, ਉਹਨਾਂ ਨੇ ਰਾਜੇ ਦੇ ਕੋਲ, ਹਰਨਾਕਸ਼ ਕੋਲ ਆ ਕੇ ਰੋਣਾ ਕੀਤਾ, ਪੁਕਾਰ ਕੀਤੀ ਵੀ ਤੇਰਾ ਜਿਹੜਾ ਪੁੱਤਰ ਪ੍ਰਹਿਲਾਦ ਹੈ ਉਹ ਸਾਡੀ ਗੱਲ ਨਹੀਂ ਮੰਨਦਾ। ਉਹ ਤਾਂ ਆਪ ਰਾਮ ਦਾ ਨਾਮ ਜਪਦਾ ਅਤੇ ਹੋਰਾਂ ਨੂੰ ਜਪਾਉਂਦਾ ਹੈ। ਉਹਨੇ ਤਾਂ ਸਾਰੇ ਬੱਚੇ ਹੀ ਵਿਗਾੜ ਕੇ ਰੱਖ ਦਿੱਤੇ। ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ਬਦ ਪੜ੍ਹਦੇ ਹਾਂ, ਸਤਿਗੁਰੂ ਦਾ ਬਚਨ ਹੈ, ਸੰਡਾ ਮਰਕਾ ਜਾਏ ਪੁਕਾਰੇ, ਪੜ੍ਹੇ ਨਹੀਂ ਹਮ ਹੀ ਪਚਹਾਰੇ। ਰਾਮ ਕਹੈ ਕਰਤਾਲ ਬਜਾਵੈ, ਚਟਿਆ ਸਭੈ ਬਿਗਾਰੈ। ਰਾਮ ਨਾਮਾ ਜਪਵੋ ਕਰੈ, ਹਿਰਦੈ ਹਰਿ ਜੀ ਕੋ ਸਿਮਰਨ ਧਰੈ। ਬਸਦਾ ਬਸ ਕੀਨੀ ਸਭ ਰਾਜੇ, ਬਿਨਤੀ ਕਰੈ ਪਟਰਾਨੀ। ਪੂਤ ਪ੍ਰਹਿਲਾਦ ਕਹਿਆ ਨਹੀਂ ਮਾਨੈ, ਤਿਨ ਤਉ ਔਰੈ ਠਾਨੀ। ਦੁਸ਼ਟ ਸਭਾ ਮਿਲ ਮੰਤਰ ਉਪਾਇਆ, ਕਰ ਸਹਿ ਔਦ ਕਨੇਰੀ। ਗਿਰ ਤਰ ਜਲ ਜਵਾਲਾ ਪੈ ਰਾਖਿਓ, ਰਾਜਾ ਰਾਮ ਮਾਇਆ ਫੇਰੀ। ਸੋ ਜਿਹੜਾ ਹਰਨਾਕਸ਼ ਸੀ, ਉਹ ਦੋਖੀ ਦੈਂਤ ਨੇ ਝਗੜਾ ਵਧਾ ਲਿਆ।
ਜਲ ਅਗਨੀ ਵਿੱਚ ਘੱਤਿਆ, ਜਲੈ ਨਾ ਡੁੱਬੈ ਗੁਰ ਪ੍ਰਸਾਦ। ਪ੍ਰਹਿਲਾਦ ਨੂੰ ਆਪਣੀ ਈਨ ਮਨਾਉਣ ਵਾਸਤੇ ਹਰਨਾਕਸ਼ ਨੇ ਪਾਣੀ ਵਿੱਚ ਡੁਬੋਇਆ, ਪਾਣੀ ਵਿੱਚ ਸੁੱਟਿਆ ਗਿਆ, ਅੱਗ ਦੇ ਵਿੱਚ ਸੁੱਟਿਆ ਗਿਆ। ਪਰ ਗੁਰੂ ਦੀ ਕਿਰਪਾ ਦੇ ਨਾਲ ਨਾ ਉਹ ਅੱਗ ਵਿੱਚ ਸੜਿਆ ਅਤੇ ਨਾ ਹੀ ਉਹ ਪਾਣੀ ਵਿੱਚ ਡੁੱਬਿਆ। ਪਰਮਾਤਮਾ ਨੇ ਰੱਖਿਆ ਕੀਤੀ ਆਪਣੇ ਭਗਤ ਦੀ। ਹਰਨਾਕਸ਼ ਦੀ ਭੈਣ ਸੀ ਟੁੰਡਾ, ਜਿਹਨੂੰ ਹੋਲਕਾ ਕਹਿੰਦੇ ਹੈ। ਉਹ ਗੋਦ ਵਿੱਚ ਲੈ ਕੇ ਨਾ ਬੈਠ ਗਈ ਸੀ ਲੱਕੜਾਂ ਦੇ ਢੇਰ 'ਤੇ। ਉਹਨੂੰ ਵੀ ਵਰ ਸੀ ਵੀ ਅੱਗ ਸਾੜੇਗੀ ਨਹੀਂ, ਪਰ ਪਰਮਾਤਮਾ ਦੀ ਮਿਹਰ ਹੋਈ, ਹੋਲਕਾ ਸੜ ਕੇ ਸੁਆਹ ਹੋ ਗਈ ਅਤੇ ਪ੍ਰਹਿਲਾਦ ਜਿਹੜਾ ਭਗਤ ਉਹ ਬਚ ਗਿਆ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਤਰ ਗਿਆ ਪ੍ਰਹਿਲਾਦ। ਸੋ ਉਦੋਂ ਤੋਂ ਹੋਲਕਾ ਦਹਨ ਕਰਦੇ ਆ, ਉਹਦੀ ਰਾਖ ਉਡਾਈ ਜਾਂਦੀ ਹੈ, ਭਗਤ ਦੀ ਜੈ ਜੈਕਾਰ ਹੋਈ। ਸੋ ਗੁਰੂ ਦੀ ਕਿਰਪਾ ਦੇ ਨਾਲ ਭਗਤ ਪ੍ਰਹਿਲਾਦ ਉਹਦੀ ਰੱਖਿਆ ਹੋਈ। ਗੇਰ ਤਰ ਜਲ ਜਵਾਲਾ ਪੈ ਰਾਖਿਓ, ਰਾਜਾ ਰਾਮ ਮਾਇਆ ਫੇਰੀ। ਪਰਮਾਤਮਾ ਨੇ ਆਪਣੀ ਮਾਇਆ ਐਸੀ ਫੇਰੀ ਵੀ ਸਾਰਾ ਕੁਝ ਹੀ ਬਦਲ ਕੇ ਰੱਖ ਦਿੱਤਾ। ਜਿਹੜੇ ਤਾਤੇ ਸਾਰੇ ਉਹਦੇ ਵੱਸ ਵਿੱਚ ਹਨ। ਕੱਢ ਖੜਗ ਸੱਦ ਪੁੱਛਿਆ, ਕੌਣ ਸੋ ਤੇਰਾ ਹੈ ਉਸਤਾਦ। ਅਖੀਰ ਇੱਕ ਵੱਡਾ ਥੰਮ ਜਿਹੜਾ ਸੀ ਉਹ ਗਰਮ ਕੀਤਾ ਅਤੇ ਪ੍ਰਹਿਲਾਦ ਨੂੰ ਹਰਨਾਕਸ਼ ਤਲਵਾਰ ਕੱਢ ਕੇ ਪੁੱਛਦਾ ਹੈ ਵੀ ਤੇਰਾ ਉਸਤਾਦ ਕੌਣ ਹੈ, ਤੇਰਾ ਗੁਰੂ ਕੌਣ ਹੈ, ਦੱਸ ਕੌਣ ਤੇਰੀ ਰੱਖਿਆ ਕਰੇਗਾ। ਇਸ ਥੰਮ ਨੂੰ ਜੱਫੀ ਪਾ, ਵੇਖਾਂ ਤੇਰਾ ਰਾਮ, ਤੇਰਾ ਰੱਬ ਤੈਨੂੰ ਰੱਖਦਾ ਹੈ। ਕਿੱਥੇ ਹੈ ਉਹ? ਅਤੇ ਪ੍ਰਹਿਲਾਦ ਨੇ ਕਿਹਾ ਉਹ ਤਾਂ ਹਰ ਥਾਂ 'ਤੇ ਹੈ, ਘਟ ਘਟ ਵਿੱਚ ਵੱਸਦਾ ਹੈ। ਹਾਂ, ਇਸ ਥੰਮ ਦੇ ਵਿੱਚ ਵੀ ਹੈ। ਉਸੇ ਵੇਲੇ ਥੰਮ ਦੇ ਵਿੱਚੋਂ ਨਰਸਿੰਘ ਰੂਪ ਪ੍ਰਗਟ ਹੋਏ। ਥੰਮ ਪਾੜ ਪ੍ਰਗਟਿਆ, ਨਰਸਿੰਘ ਰੂਪ ਅਨੂਪ ਅਨਾਦ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਹ ਕਹਿਣ ਦੀ ਦੇਰ ਸੀ ਜਦੋਂ ਹਰਨਾਕਸ਼ ਨੇ ਕਿਹਾ ਵੀ ਤੇਰਾ ਉਸਤਾਦ ਕੌਣ ਹੈ, ਤਾਂ ਲੋਹੇ ਦਾ ਗਰਮ ਕੀਤਾ ਹੋਇਆ ਉਹ ਜਿਹੜਾ ਥੰਮ ਸੀ ਪਾਟ ਗਿਆ ਅਤੇ ਉਸ ਦੇ ਵਿੱਚੋਂ ਨਰਸਿੰਘ ਜੀ ਪ੍ਰਗਟ ਹੋਏ, ਜਿਨ੍ਹਾਂ ਦਾ ਉੱਪਰਲਾ ਹਿੱਸਾ ਸਿਰ ਜਿਹੜਾ ਸੀ ਉਹ ਸ਼ੇਰ ਦਾ ਸੀ, ਧੜ ਬੰਦੇ ਦਾ ਸੀ। ਆਦ ਜੁਗਾਦ, ਜੋ ਸਦਾ ਹੀ ਪਰਮਾਤਮਾ ਆਪਣੇ ਭਗਤਾਂ ਦੀ ਰੱਖਿਆ ਕਰਦਾ ਆਇਆ, ਨਰਸਿੰਘ ਦਾ ਰੂਪ ਜੋ ਉਪਮਾ ਤੋਂ ਰਹਿਤ ਹੈ, ਅਨਾਦਿ ਹੈ, ਉਹ ਪ੍ਰਗਟ ਹੋਏ। ਬੇਮੁਖ ਪਕੜ ਪਛਾੜਿਅਨ, ਸੰਤ ਸਹਾਈ ਆਦ ਜੁਗਾਦ। ਅਤੇ ਪ੍ਰਗਟ ਹੋ ਕਰਕੇ ਹਰਨਾਕਸ਼ ਨੂੰ ਫੜ ਲਿਆ, ਫੜ ਕੇ ਆਪਣੇ ਗੋਡਿਆਂ 'ਤੇ ਰੱਖ ਲਿਆ। ਨਾਲ ਹੀ ਬਚਨ ਕਹੇ, ਵੇਖ ਹਰਨਾਕਸ਼ ਜਿਹੜੇ ਤੇਰੇ ਵਰ ਸੀ ਸਾਰੇ ਪੂਰੇ ਨੇ। ਤੂੰ ਕਿਹਾ ਸੀ ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਅੰਦਰ ਨਾ ਬਾਹਰ ਮਰਾਂ, ਨਾ ਆਕਾਸ਼ ਵਿੱਚ ਮਰਾਂ, ਨਾ ਜ਼ਮੀਨ 'ਤੇ ਮਰਾਂ, ਨਾ ਸ਼ਸਤਰ ਦੇ ਨਾਲ ਮਰਾਂ, ਨਾ ਅਸਤਰ ਦੇ ਨਾਲ ਮਰਾਂ। 84 ਲੱਖ ਜੂਨ ਵਿੱਚੋਂ ਕਿਸੇ ਜੂਨ ਦੇ ਨਾਲ ਮੈਂ ਨਾ ਮਰਾਂ। ਮੇਰੇ ਵੱਲ ਵੇਖ, 84 ਲੱਖ ਜੂਨ 'ਚੋਂ ਇਹ ਕੋਈ ਜੂਨ ਨਹੀਂ ਹੈ। ਸਿਰ ਸ਼ੇਰ ਦਾ ਹੈ, ਧੜ ਮਨੁੱਖ ਦਾ ਹੈ। ਵੇਖ ਤੈਨੂੰ ਗੋਡਿਆਂ 'ਤੇ ਰੱਖਿਆ ਹੋਇਆ, ਨਾ ਤੂੰ ਜ਼ਮੀਨ ਦੇ ਵਿੱਚ ਹੈ ਨਾ ਆਕਾਸ਼ ਦੇ ਵਿੱਚ ਹੈ। ਵੇਖ ਨਾ ਦਿਨ ਹੈ ਨਾ ਰਾਤ ਹੈ, ਸੂਰਜ ਅਸਤ ਹੋ ਰਿਹਾ ਹੈ। ਅਤੇ ਇਹ ਨਹੁੰਆਂ ਦੇ ਨਾਲ ਤੇਰਾ ਮੈਂ ਖਾਤਮਾ ਕਰਨਾ। ਇਹ ਨਹੁੰ ਨਾ ਸ਼ਸਤਰ ਵਿੱਚ ਆਉਂਦੇ ਨੇ ਨਾ ਅਸਤਰ ਵਿੱਚ ਆਉਂਦੇ ਨੇ। ਸ਼ਸਤਰ ਜਿਹੜੇ ਹੱਥ ਵਿੱਚ ਫੜ ਕੇ ਚਲਾਏ ਜਾਂਦੇ ਨੇ, ਜਿਵੇਂ ਤਲਵਾਰ ਹੈ, ਕਿਰਚ ਹੈ, ਖੰਡਾ ਹੈ, ਅਤੇ ਅਸਤਰ ਕਹਿੰਦੇ ਨੇ ਜਿਹੜੇ ਦੂਰੋਂ ਚਲਾਏ ਜਾਂਦੇ ਨੇ, ਜਿਵੇਂ ਤੀਰ ਹੈ, ਗੋਲੀ ਹੈ, ਉਹ ਅਸਤਰ ਵਿੱਚ ਆਉਂਦੇ ਹੈ। ਸੋ ਨਾ ਇਹ ਸ਼ਸਤਰ ਅਤੇ ਨਾ ਇਹ ਅਸਤਰ, ਨਹੁੰਆਂ ਦੇ ਨਾਲ ਤੇਰਾ ਖਾਤਮਾ ਕਰਨਾ ਹੈ। ਤੇਰੇ ਵਰ ਵੀ ਸਾਰੇ ਪੂਰੇ। ਸੋ ਬੇਮੁਖ ਨੂੰ, ਉਸ ਹਰਨਾਕਸ਼ ਨੂੰ ਫੜ ਕੇ ਉਹਦਾ ਪੇਟ ਨਰਸਿੰਘ ਜੀ ਨੇ ਪਾੜ ਦਿੱਤਾ, ਪਰਮੇਸ਼ਰ ਨੇ। ਸੰਤ ਸਹਾਈ ਆਦ ਜੁਗਾਦ, ਪਰਮਾਤਮਾ ਆਦ ਜੁਗਾਦ ਤੋਂ ਸਦਾ ਹੀ ਸੰਤਾਂ ਦਾ ਸਹਾਈ ਹੈ ਅਤੇ ਆਪਣੇ ਸੰਤ ਦੀ ਪੈਜ ਰੱਖੀ ਹੈ ਪ੍ਰਹਿਲਾਦ ਜੀ ਦੀ। ਜੈ ਜੈਕਾਰ ਕਰਨ ਬ੍ਰਹਮਾਦ। ਸੋ ਬ੍ਰਹਮਾ ਤੋਂ ਆਦਿਕ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਸਾਰੇ ਹੀ ਜੈ ਜੈਕਾਰ ਕਰਦੇ ਹੈ। ਪ੍ਰਭੂ ਦੀ ਜੈ ਜੈਕਾਰ ਹੋਈ, ਭਗਤ ਦੀ ਜੈ ਜੈਕਾਰ ਹੋਈ। ਸੋ ਵਾਹਿਗੁਰੂ ਪਰਮਾਤਮਾ ਆਪਣੇ ਭਗਤਾਂ ਦੀ ਸਦਾ ਪੈਜ ਰੱਖਦਾ ਆਇਆ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ, ਮਹਾਰਾਜ ਜੀ ਨੇ ਇਹਨਾਂ ਦੋਨਾਂ ਪਿਆਰੇ ਪਰਮੇਸ਼ਰ ਦੇ ਭਗਤਾਂ ਦਾ ਜ਼ਿਕਰ ਕੀਤਾ ਹੈ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਪਾਤਸ਼ਾਹ ਜੀ ਕਹਿੰਦੇ ਇਹ ਭਾਈ, ਪਰਮਾਤਮਾ ਦਾ ਨਾਮ ਇਸ ਤਰ੍ਹਾਂ ਜਪੋ
ਜਿਵੇਂ ਧਰੂ ਨੇ ਅਤੇ ਪ੍ਰਹਿਲਾਦ ਨੇ ਇੱਕ ਮਨ ਹੋ ਕਰਕੇ, ਇਕਾਗਰ ਚਿੱਤ ਹੋ ਕਰਕੇ ਪਰਮਾਤਮਾ ਦਾ ਨਾਮ ਜਪਿਆ। ਸੋ ਇਸ ਤਰ੍ਹਾਂ ਤੁਸੀਂ ਵੀ ਪ੍ਰਭੂ ਪਰਮਾਤਮਾ ਦਾ ਨਾਮ ਜਪੋ ਅਤੇ ਪਰਮਾਤਮਾ ਵਾਹਿਗੁਰੂ ਫਿਰ ਆਪ ਆਪਣੇ ਸੇਵਕਾਂ ਦੀ ਪੈਜ ਰੱਖਦਾ ਹੈ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ। ਜਹ ਜਹ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠ ਧਾਵੈ। ਸੇਵਕ ਕਉ ਨਿਕਟੀ ਹੋਏ ਦਿਖਾਵੈ, ਜੋ ਜੋ ਕਹਿ ਠਾਕੁਰ ਪਹਿ ਸੇਵਕ, ਤਤਕਾਲ ਹੋਏ ਆਵੇ। ਸਤਿਗੁਰੂ ਮਿਹਰ ਕਰਨ, ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਬੇਮੁਖ ਪਕੜ ਪਛਾੜਿਅਨ, ਸੰਤ ਸਹਾਈ ਆਦ ਜੁਗਾਦ। ਜੈ ਜੈਕਾਰ ਕਰਨ ਬ੍ਰਹਮਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।